Attention Outlook। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 356ਵੇਂ ਅੰਗ ਦੀ ਗੁਰਬਾਣੀ ਦੇ ਵਿੱਚ ਅਸੀਂ 4 ਸ਼ਬਦ ਪੜ੍ਹਨੇ ਹਨ। ਪਹਿਲੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਮੋਹ ਦੀ ਗੱਲ ਕੀਤੀ ਕਿ ਕਿਵੇਂ ਮੋਹ ਇਸ ਸ੍ਰਿਸ਼ਟੀ ਦੀ ਕਾਰ ਨੂੰ ਚਲਾਉਣ ਦੇ ਲਈ ਜ਼ਰੂਰੀ ਵੀ ਹੈ, ਪਰ ਮੋਹ ਵਿਕਾਰ ਵੀ ਬਣ ਜਾਂਦਾ ਹੈ। ਦੂਸਰੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਸਾਨੂੰ ਇਸ ਸ੍ਰਿਸ਼ਟੀ ਦੇ ਉਸ ਪਰਮਾਤਮਾ ਦੇ ਅਟੱਲ ਨਿਯਮ ਤੋਂ ਜਾਣੂ ਕਰਵਾਇਆ। ਤੀਸਰੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਸਾਨੂੰ ਵੱਖ-ਵੱਖ ਪ੍ਰਕਾਰ ਦੇ ਮਨੁੱਖਾਂ ਦੇ ਬਾਰੇ ਵਿੱਚ ਦੱਸਿਆ। ਵਿਚਾਰਵਾਨ, ਤੀਰਥਵਾਸੀ, ਭਗਤ, ਸੰਨਿਆਸੀ, ਜੋਗੀ ਆਦਿਕ। ਅਸਲ ਜੋਗੀ ਕਿਹੜਾ ਹੈ, ਅਸਲ ਵਿਚਾਰਵਾਨ ਕੌਣ ਹੈ, ਇਸ ਗੱਲ ਦੇ ਬਾਰੇ 'ਚ ਗੁਰੂ ਜੀ ਨੇ ਸਾਨੂੰ ਦੱਸਿਆ। ਤੇ ਆਖਰੀ ਵਾਲੇ ਸ਼ਬਦ ਦੇ ਵਿੱਚ ਇੱਕ ਮਨੁੱਖ ਦੇ ਜੀਵਨ ਦੀਆਂ 4 ਅਵਸਥਾਵਾਂ ਤੋਂ ਸਾਨੂੰ ਜਾਣੂ ਕਰਵਾਇਆ। ਆਓ ਹੁਣ ਵਿਸਥਾਰਪੂਰਵਕ ਢੰਗ ਦੇ ਨਾਲ ਇਹਨਾਂ ਸਾਰੀਆਂ ਸਿੱਖਿਆਵਾਂ ਨੂੰ ਆਪਾਂ ਸਮਝੀਏ। ਆਸਾ ਮਹਿਲਾ ਪਹਿਲਾ। ਪੰਚਪਦੇ। ਮੋਹ ਕੁਟੰਬ ਮੋਹ ਸਭ ਕਾਰ, ਮੋਹ ਤੁਮ ਤਜੋ ਸਗਲ ਵੇਕਾਰ। ਮੋਹ ਹੀ ਮਨੁੱਖ ਦੇ ਮਨ ਵਿੱਚ ਪਰਿਵਾਰ ਦੀ ਮਮਤਾ ਪੈਦਾ ਕਰਦਾ ਹੈ ਤੇ ਮੋਹ ਹੀ ਸਾਰੇ ਜਗਤ ਦੀ ਕਾਰ ਚਲਾ ਰਿਹਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹਰ ਇਨਸਾਨ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਹੈ। ਸਿਰਫ ਆਪਣੇ ਪਰਿਵਾਰ ਨੂੰ ਹੀ ਨਹੀਂ, ਬਲਕਿ ਜ਼ਿਆਦਾਤਰ ਜੋ ਲੋਕ ਹਨ ਉਹ ਮਨੁੱਖਤਾ ਨੂੰ ਵੀ ਪਿਆਰ ਕਰਦੇ ਹਨ, ਹੋਰਨਾਂ ਜੀਵਾਂ ਨੂੰ ਵੀ ਪਿਆਰ ਕਰਦੇ ਹਨ। ਸ੍ਰਿਸ਼ਟੀ ਦੀ ਸਾਰੀ ਕਾਰ ਜੋ ਹੈ ਉਹ ਮੋਹ ਤੇ ਚੱਲ ਰਹੀ ਹੈ। ਜੇ ਮੋਹ ਹੈ ਤਾਂ ਹੀ ਲੋਕ ਇੱਕ ਦੂਜੇ ਦੇ ਨਾਲ ਪਿਆਰ ਸਹਿਤ ਵਿਚਰਦੇ ਨੇ। ਜੇ ਮੋਹ ਨਾ ਹੀ ਹੋਵੇ, ਬਿਲਕੁਲ ਉੱਕਾ ਹੀ ਨਾ ਹੋਵੇ, ਤਾਂ ਲੜਾਈਆਂ ਝਗੜਿਆਂ ਤੋਂ ਬਿਨਾਂ ਇਸ ਦੁਨੀਆ ਦੇ ਵਿੱਚ ਕੁਝ ਵੀ ਰਹਿ ਨਾ ਜਾਵੇ। ਸੋ ਮੋਹ ਜ਼ਰੂਰੀ। ਮੋਹ ਦੇ ਨਾਲ ਹੀ ਇਸ ਸ੍ਰਿਸ਼ਟੀ ਦੀ ਕਾਰ ਚੱਲ ਰਹੀ ਆ, ਪਰ ਇਹ ਮੋਹ ਵਿਕਾਰ ਵੀ ਬਣ ਜਾਂਦਾ ਹੈ। ਜਿੰਨੇ ਕੁ ਵੀ ਲੜਾਈਆਂ ਝਗੜੇ ਜੰਗਾਂ ਇਸ ਸੰਸਾਰ ਦੇ ਵਿੱਚ ਹੋਈਆਂ ਨੇ ਜਾਂ ਹੋ ਰਹੀਆਂ ਨੇ, ਉਹਨਾਂ ਦੇ ਪਿੱਛੇ ਵੀ ਕਿਤੇ ਨਾ ਕਿਤੇ ਮੋਹ ਕੰਮ ਕਰਦਾ ਹੈ। ਉਹ ਮੋਹ ਮਾਇਆ ਦਾ ਮੋਹ ਹੁੰਦਾ ਹੈ। ਕੋਈ ਉੱਚੀ ਪਦਵੀ ਹਾਸਲ ਕਰਨ ਦੀ ਖਾਤਰ ਲੜ ਰਿਹਾ ਹੈ, ਇਸ ਹੱਦ ਤੱਕ ਲੜ ਰਿਹਾ ਹੈ ਕਿ ਦੂਸਰਿਆਂ ਦੇ ਨਾਲ ਧੱਕਾ ਕਰ ਰਿਹਾ ਹੈ, ਉਹਨੂੰ ਪਦਵੀ ਦਾ ਮੋਹ ਹੈ। ਕੋਈ ਕਿਸੇ ਜ਼ਮੀਨ ਦੇ ਟੁਕੜੇ ਦੇ ਲਈ ਲੜਦਾ ਪਿਆ, ਉਹਨੂੰ ਜ਼ਮੀਨ ਦੇ ਟੁਕੜੇ ਦੇ ਨਾਲ ਮੋਹ ਹੈ। ਉਹਦੇ ਲਈ ਉਹ ਮੋਹ ਜੋ ਹੈ ਉਹ ਵਿਕਾਰ ਬਣ ਚੁੱਕਿਆ। ਇਸ ਕਰਕੇ ਮੋਹ ਨੂੰ ਤਿਆਗਣਾ ਵੀ ਜ਼ਰੂਰੀ ਹੈ। ਮੋਹ ਤੁਮ ਤਜੋ ਸਗਲ ਵਿਕਾਰ। ਮੋਹ ਵਿਕਾਰ ਪੈਦਾ ਕਰਦਾ ਹੈ, ਸੋ ਮੋਹ ਨੂੰ ਛੱਡ। ਸਾਨੂੰ ਗੁਰੂ ਜੀ ਨੇ ਇਹ ਹਦਾਇਤ ਕੀਤੀ ਹੈ। ਮੋਹ ਅਰ ਭਰਮ ਤਜੋ ਤੁਮ ਵੀਰ, ਸਾਚ ਨਾਮ ਹਿਰਦੇ ਰਵੈ ਸਰੀਰ। ਰਹਾਓ ਹੈ ਭਾਈ, ਦੁਨੀਆ ਦਾ ਮੋਹ ਛੱਡ ਤੇ ਮਨ ਦੀ ਭਟਕਣਾ ਨੂੰ ਦੂਰ ਕਰ। ਜੇ ਮੋਹ ਛੱਡ ਦੇਵੇਂਗਾ, ਭਟਕਣਾ ਆਪਣੇ ਆਪ ਹੀ ਦੂਰ ਹੋ ਜਾਏਗੀ। ਜਿਹੜਾ ਤੇਰਾ ਇਹ ਮਨ ਭਟਕਦਾ ਫਿਰਦਾ ਹੈ, ਕਿਤੇ ਇੱਧਰ ਕਦੇ ਉੱਧਰ, ਆਹ ਹਾਸਲ ਕਰ ਲਵਾਂ, ਉਹ ਹਾਸਲ ਕਰ ਲਵਾਂ, ਇਹ ਭਟਕਣਾ ਮੋਹ ਦੇ ਕਾਰਨ ਹੈ। ਕਿਉਂਕਿ ਜੋ ਤੂੰ ਹਾਸਲ ਕਰਨ ਦੇ ਲਈ ਭਟਕਣਾ ਦੇ ਵਿੱਚ ਪਿਆ ਹੋਇਆ ਹੈ, ਉਸ ਵਸਤੂ ਦਾ, ਉਸ ਪਦਵੀ ਦਾ ਤੈਨੂੰ ਮੋਹ ਹੈ, ਇਸੇ ਲਈ ਭਟਕਣਾ ਦੇ ਵਿੱਚ। ਇਸ ਕਰਕੇ ਹੇ ਭਾਈ, ਦੁਨੀਆ ਦਾ ਮੋਹ ਛੱਡ, ਮਨ ਦੀ ਭਟਕਣਾ ਦੂਰ ਕਰ। ਮੋਹ ਤਿਆਗਿਆ ਹੀ ਮਨੁੱਖ ਪਰਮਾਤਮਾ ਦਾ ਅਟੱਲ ਨਾਮ ਹਿਰਦੇ ਦੇ ਵਿੱਚ ਸਿਮਰ ਸਕਦਾ ਹੈ। ਮੋਹ ਤਿਆਗਣਾ ਪੈਣਾ। ਸੱਚ ਨਾਮ ਜਾਂ ਨਵ ਨਿਧ ਪਾਈ, ਰੋਵੈ ਪੂਤ ਨਾ ਕਲਪੈ ਮਾਈ। ਪੁੱਤ ਤੇ ਮਾਈ ਇੱਥੇ ਮਨ ਅਤੇ ਮਾਇਆ ਨੂੰ ਕਿਹਾ ਗਿਆ ਹੈ। ਮਨ ਨੂੰ ਮਾਇਆ ਦਾ ਪੁੱਤਰ ਕਿਹਾ ਗਿਆ ਹੈ ਇਸ ਪੰਕਤੀ ਦੇ ਵਿੱਚ। ਜਦੋਂ ਮਨੁੱਖ ਪਰਮਾਤਮਾ ਦਾ ਸਦਾ ਥਿਰ ਨਾਮ ਰੂਪ 9 ਨਿਧ 9 ਖਜ਼ਾਨੇ ਰੂਪ ਪਰਮਾਤਮਾ ਦਾ ਨਾਮ ਜਦੋਂ ਪ੍ਰਾਪਤ ਕਰ ਲੈਂਦਾ ਹੈ, ਸੱਚ ਨਾਮ ਜਾਂ ਨਵਨਿਧ ਪਾਈ, ਰੋਵੈ ਪੂਤ ਨਾ ਕਲਪੈ ਮਾਈ, ਤਾਂ ਉਸ ਦਾ ਜੋ ਮਨ ਹੈ ਉਹ ਮਾਇਆ ਦਾ ਪੁੱਤਰ ਬਣਿਆ ਨਹੀਂ ਰਹਿ ਜਾਂਦਾ। ਉਹ ਮਨ ਮਾਇਆ ਦੀ ਖਾਤਰ ਰੋਂਦਾ ਕਲਪਦਾ ਨਹੀਂ। ਏਤ ਮੋਹੇ ਡੂਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਇਸ ਮੋਹ ਦੇ ਵਿੱਚ ਸਾਰਾ ਜਗਤ ਡੁੱਬਾ ਪਿਆ ਹੈ। ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ ਗੁਰਮੁਖ ਬਣ ਜਾਂਦਾ ਹੈ, ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ ਤੇ ਮੋਹ ਦੇ ਸਮੁੰਦਰ ਵਿੱਚੋਂ ਪਾਰ ਲੰਘ ਜਾਂਦਾ ਹੈ। ਅਸੀਂ ਸਮਝਦੇ ਹਾਂ ਕਿ ਤੁਸੀਂ ਵੀ, ਅਸੀਂ ਵੀ ਸਾਰੇ ਉਹਨਾਂ ਵਿਰਲਿਆਂ ਦੇ ਵਿੱਚ ਆਉਂਦੇ ਹਾਂ ਜੋ ਗੁਰੂ ਦੇ ਲੜ ਲੱਗੇ ਹੋਏ ਹਨ।
ਤੇ ਪ੍ਰਮਾਤਮਾ ਸਾਡੇ ਤੇ ਮਿਹਰ ਕਰੇ ਕਿ ਅਸੀਂ ਗੁਰੂ ਦੇ ਲੜ ਇਦਾਂ ਹੀ ਲੱਗੇ ਰਹੀਏ। ਏਤ ਮੋਹੇ ਫਿਰ ਜੂਨੀ ਪਾਹੇ, ਮੋਹੇ ਲਾਗਾ ਜਮਪੁਰ ਜਾਹੇ। ਹੇ ਭਾਈ, ਇਸ ਮੋਹ ਦੇ ਵਿੱਚ ਫਸਿਆ ਹੋਇਆ ਤੂੰ ਮੁੜ ਮੁੜ ਜੂਨਾਂ ਵਿੱਚ ਪਏਗਾ। ਮੋਹ ਦੇ ਵਿੱਚ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ਼ ਵਿੱਚ ਜਾਵੇਂਗਾ। ਮੋਹ ਦੇ ਵਿਕਾਰ ਉੱਤੇ ਤੇ ਜੂਨਾਂ ਦੇ ਉੱਤੇ, ਇਹਨਾਂ ਦੋਨਾਂ ਹੀ ਵਿਸ਼ਿਆਂ ਤੇ ਦੋ ਅਲੱਗ-ਅਲੱਗ ਵੀਡੀਓਜ਼ ਆਪਾਂ ਕਾਫੀ ਸਮਾਂ ਪਹਿਲਾਂ ਅਪਲੋਡ ਕੀਤੀਆਂ ਸੀ। ਉਹਨਾਂ ਦੋਹਾਂ ਦੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹਨ, ਤੁਸੀਂ ਚਾਹੋ ਤੇ ਵੇਖ ਸਕਦੇ ਹੋ। ਗੁਰ ਦੀਖਿਆ ਲੈ ਜਪ ਤਪ ਕਮਾਹੇ, ਨਾ ਮੋਹ ਟੂਟੈ ਨਾ ਥਾਏ ਪਾਹੇ। ਕਈ ਲੋਕ ਅਖੌਤੀ ਗੁਰੂਆਂ ਦੇ ਲੜ ਲੱਗ ਜਾਂਦੇ ਹਨ ਤੇ ਉਹ ਅਖੌਤੀ ਗੁਰੂ ਉਹਨਾਂ ਮਨੁੱਖਾਂ ਨੂੰ ਕਰਮ ਕਾਂਡਾਂ ਦੇ ਵਿੱਚ, ਜਪਾਂ ਤਪਾਂ ਦੇ ਵਿੱਚ ਪਾ ਦਿੰਦੇ ਹਨ। ਕਹਿੰਦੇ ਹਨ ਕਿ ਅਜਿਹਾ ਕਰਨ ਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਏਗੀ, ਤੁਹਾਡਾ ਜੀਵਨ ਸਵਰ ਜਾਏਗਾ, ਤੁਹਾਡੇ ਜੀਵਨ ਦੇ ਵਿੱਚ ਸੁੱਖ ਆ ਜਾਏਗਾ। ਉਹਨਾਂ ਅਖੌਤੀ ਗੁਰੂਆਂ ਤੇ ਅਜਿਹੇ ਲੋਕਾਂ ਦੀ, ਜੋ ਉਹਨਾਂ ਅਖੌਤੀ ਗੁਰੂਆਂ ਦੇ ਕੋਲ ਜਾਂਦੇ ਹਨ, ਉਹਨਾਂ ਦੀ ਗੱਲ ਇਸ ਪੰਕਤੀ ਦੇ ਵਿੱਚ ਹੋਈ ਕਿ ਗੁਰ ਦੀਖਿਆ ਲੈ ਜਪ ਤਪ ਕਮਾਹੇ। ਜਿਹੜੇ ਬੰਦੇ ਰਵਾਜੀ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਉਂਦੇ ਹਨ, ਨਾ ਮੋਹ ਟੂਟੈ ਨਾ ਥਾਏ ਪਾਹੇ, ਨਾ ਉਹਨਾਂ ਦਾ ਮੋਹ ਟੁੱਟਦਾ ਤੇ ਨਾ ਹੀ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਹੁੰਦੇ ਨੇ। ਨਦਰ ਕਰੇ ਤਾਂ ਇਹ ਮੋਹ ਜਾਏ, ਨਾਨਕ ਹਰਿ ਸਿਉ ਰਹੈ ਸਮਾਏ। ਇਹ ਨਾਨਕ, ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਸੇ ਦਾ ਹੀ ਮੋਹ ਦੂਰ ਹੁੰਦਾ ਹੈ। ਉਹ ਸਦਾ ਫਿਰ ਪ੍ਰਮਾਤਮਾ ਦੀ ਯਾਦ ਦੇ ਵਿੱਚ ਲੀਨ ਰਹਿੰਦਾ ਹੈ। ਆਸਾ ਮਹਿਲਾ ਪਹਿਲਾ। ਆਪ ਕਰੇ ਸੱਚ ਅਲਖ ਅਪਾਰ, ਹਉ ਪਾਪੀ ਤੂੰ ਬਖਸ਼ਣਹਾਰ। ਇਸ ਜਗਤ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਸਦਾ ਕਾਇਮ ਰਹਿਣ ਵਾਲਾ ਅਲੱਖ ਬੇਅੰਤ ਪਰਮਾਤਮਾ ਸਭ ਜੀਵਾਂ ਦੇ ਵਿੱਚ ਵਿਆਪਕ ਹੋ ਕੇ ਉਹ ਸਭ ਕੁਝ ਆਪ ਕਰ ਰਿਹਾ ਹੈ। ਆਪ ਕਰੇ ਸੱਚ ਅਲਖ ਅਪਾਰ। ਸੱਚ, ਅਲਖ ਤੇ ਅਪਾਰ ਤਿੰਨਾਂ ਹੀ ਸ਼ਬਦਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕੀਤਾ ਹੋਇਆ ਹੈ। ਹਉ ਪਾਪੀ ਤੂੰ ਬਖਸ਼ਣਹਾਰ। हे ਪ੍ਰਭੂ, ਇਸ ਅਟਲ ਨਿਯਮ ਨੂੰ ਭੁਲਾ ਕੇ ਮੈਂ ਗੁਨਾਹਗਾਰ ਹੋ ਗਿਆ ਹਾਂ, ਪਰ ਫਿਰ ਵੀ ਤੂੰ ਬਖਸ਼ਿਸ਼ ਕਰਨ ਵਾਲਾ ਹੈ। ਤੇਰਾ ਭਾਣਾ ਸਭ ਕਿਛ ਹੋਵੈ। ਜਗਤ ਦੇ ਵਿੱਚ ਜੋ ਕੁਝ ਵੀ ਹੁੰਦਾ ਹੈ, ਉਹੀ ਹੁੰਦਾ ਹੈ ਜੋ ਪ੍ਰਭੂ ਨੂੰ ਭਾਉਂਦਾ ਹੈ, ਪ੍ਰਭੂ ਨੂੰ ਚੰਗਾ ਲੱਗਦਾ ਹੈ। ਤੇ ਇਸ ਅਟਲ ਸੱਚਾਈ ਨੂੰ ਵਿਸਾਰ ਕੇ ਕਈ ਮਨੁੱਖ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਦੇ ਹਨ, ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦੇ ਹਨ। ਮਨ ਹਠ ਕੀਚੈ ਅੰਤ ਵਿਗੋਵੈ ਰਹਾਉ। ਉਹ ਪ੍ਰਮਾਤਮਾ ਦੀ ਹੋਂਦ ਨੂੰ, ਪ੍ਰਮਾਤਮਾ ਦੀ ਹਸਤੀ ਨੂੰ, ਉਹਦੀ ਸ਼ਕਤੀ ਨੂੰ ਮੰਨਦੇ ਨਹੀਂ। ਉਹ ਕਹਿੰਦੇ ਨੇ ਕਿ ਜੋ ਕੁਝ ਕਰ ਰਹੇ ਹਾਂ ਸਾਡੇ ਜੀਵਨ ਦੇ ਵਿੱਚ ਅਸੀਂ ਆਪ ਹੀ ਕਰਦੇ ਪਏ ਹਾਂ, ਪ੍ਰਮਾਤਮਾ ਦਾ ਕੋਈ ਰੋਲ ਨਹੀਂ ਹੈ। ਮਨ ਹੱਠ ਕਰਦੇ ਨੇ, ਸਿੱਧ ਕਰਦੇ ਨੇ, ਆਪਣੀ ਅਕਲ ਨੂੰ ਵੱਡਾ ਸਮਝਦੇ ਨੇ ਤੇ ਇਸੇ ਕਾਰਨ ਉਹ ਖੁਆਰ ਹੁੰਦੇ ਨੇ। ਮਨਮੁਖ ਕੀ ਮਤ ਕੂੜ ਵਿਆਪੀ, ਬਿਨ ਹਰ ਸਿਮਰਨ ਪਾਪ ਸੰਤਾਪੀ। ਜੋ ਮਨਮੁਖ ਹੈ, ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦਾ ਹੈ, ਉਹਦੀ ਜੋ ਮਤ ਹੈ, ਅਕਲ ਹੈ, ਉਹ ਕੂੜ ਵਿਆਪੀ ਜਾਣੀ ਮਾਇਆ ਦੇ ਮੋਹ ਵਿੱਚ ਫਸੀ ਰਹਿੰਦੀ ਹੈ। ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ ਮਾਇਆ ਦੇ ਲਾਲਚ ਵਿੱਚ ਕੀਤੇ ਕਿਸੇ ਮੰਦ ਕਰਮ ਦੇ ਕਾਰਨ ਉਹ ਮਨੁੱਖ ਦੁਖੀ ਹੁੰਦਾ ਰਹਿੰਦਾ ਹੈ। ਬਿਨ ਹਰ ਸਿਮਰਨ ਪਾਪ ਸੰਤਾਪੀ। ਹਰ ਸਿਮਰਨ ਉਹਦੇ ਕੋਲ ਹੈ ਨਹੀਂ, ਪਰਮਾਤਮਾ ਦਾ ਨਾਮ ਸਿਮਰਨ ਉਹ ਕਰਦਾ ਨਹੀਂ, ਪਾਪ ਕਰ ਬੈਠਦਾ ਹੈ ਤੇ ਫਿਰ ਸੰਤਾਪ ਹੰਡਾਉਂਦਾ ਹੈ। ਦੁਰਮਤ ਤਿਆਗ ਲਾਹਾ ਕਿਛ ਲੇਵੋ, ਜੋ ਉਪਜੈ ਸੋ ਅਲਖ ਅਪੇਵੋ। हे ਭਾਈ, ਮਾਇਆ ਦੇ ਮੋਹ ਦੇ ਵਿੱਚ ਫਸੀ ਹੋਈ ਇਸ ਭੈੜੀ ਮੱਤ ਨੂੰ ਤਿਆਗ ਕੇ ਪਰਮਾਤਮਾ ਦੇ ਲੜ ਲੱਗ ਕੇ ਕੋਈ ਆਤਮਿਕ ਲਾਭ ਖੱਟੋ। ਇਹ ਯਕੀਨ ਲਿਆਓ, ਇਸ ਗੱਲ ਤੇ ਯਕੀਨ ਲੈ ਕੇ ਆਓ, ਮੰਨੋ ਇਸ ਗੱਲ ਨੂੰ ਕਿ ਜੋ ਕੁਝ ਪੈਦਾ ਹੋਇਆ ਹੈ ਉਸ ਅਲਖ ਤੇ ਅਭੇਦ ਪ੍ਰਭੂ ਤੋਂ ਹੀ ਪੈਦਾ ਹੋਇਆ ਹੈ। ਐਸਾ ਹਮਰਾ ਸਖਾ ਸਹਾਈ, ਗੁਰ ਹਰ ਮਿਲਿਆ ਭਗਤ ਦ੍ਰਿੜਾਈ। ਅਸੀਂ ਜੋ ਜੀਵ ਹਾਂ ਮੁੜ ਮੁੜ ਭੁੱਲ ਜਾਂਦੇ ਹਾਂ, ਆਪਣੀ ਅਕਲ ਤੇ ਮਾਣ ਕਰਨ ਲੱਗਦੇ ਹਾਂ, ਪਰ ਸਾਡਾ ਅਸਲੀ ਮਿੱਤਰ, ਅਸਲੀ ਸਹਾਇਤਾ ਕਰਨ ਵਾਲਾ ਉਹ ਪ੍ਰਮਾਤਮਾ ਹੀ ਹੈ। ਜਿਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ, ਗੁਰੂ ਉਸ ਨੂੰ ਪ੍ਰਮਾਤਮਾ ਦੀ ਭਗਤੀ ਦ੍ਰਿੜ ਕਰਵਾ ਦਿੰਦਾ ਹੈ। ਪਰ ਗੁਰੂ ਨੂੰ ਮਿਲਣਾ ਜੋ ਹੈ ਉਹ ਵੀ ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਸੰਭਵ ਨਹੀਂ। ਗੁਰ ਹਰ ਮਿਲਿਆ, ਹਰੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਗੁਰੂ ਮਿਲਿਆ
ਭਗਤ ਦ੍ਰਿੜਾਈ ਤੇ ਗੁਰੂ ਨੇ ਪ੍ਰਮਾਤਮਾ ਦੀ ਭਗਤੀ ਸਾਡੇ ਹਿਰਦੇ ਦੇ ਵਿੱਚ ਦ੍ਰਿੜ ਕਰਵਾਈ। ਪ੍ਰਮਾਤਮਾ ਦੀ ਸਾਡੇ ਤੇ ਮਿਹਰ ਹੋਈ ਤੇ ਸਾਨੂੰ ਗੁਰੂ ਮਿਲ ਗਿਆ। ਪਰ ਸਾਨੂੰ ਇਸ ਗੱਲ ਦਾ ਸ਼ਾਇਦ ਇਲਮ ਨਹੀਂ ਸੀ। ਮਨੁੱਖ ਤੇ ਮਿਹਰ ਹੁੰਦੀ ਹੈ, ਉਹਨੂੰ ਗੁਰੂ ਮਿਲ ਜਾਂਦਾ ਹੈ, ਪਰ ਸ਼ਾਇਦ ਉਹਨੂੰ ਇਲਮ ਨਹੀਂ ਹੁੰਦਾ, ਪਤਾ ਨਹੀਂ ਹੁੰਦਾ ਕਿ ਉਹਦੇ ਤੇ ਪ੍ਰਮਾਤਮਾ ਦੀ ਮਿਹਰ ਹੋਈ, ਉਹਨੂੰ ਗੁਰੂ ਤਾਂ ਮਿਲਿਆ। ਗੁਰੂ ਇਹ ਗੱਲ ਉਸ ਮਨੁੱਖ ਨੂੰ ਦੱਸਦਾ ਹੈ, ਸਮਝਾਉਂਦਾ ਹੈ, ਉਹਦੇ ਖਾਨੇ ਦੇ ਵਿੱਚ ਪਾਉਂਦਾ ਹੈ ਤੇ ਪ੍ਰਮਾਤਮਾ ਦੀ ਭਗਤੀ ਦੇ ਵੱਲ ਨੂੰ ਉਹਨੂੰ ਤੋਰਦਾ ਹੈ। ਪ੍ਰਮਾਤਮਾ ਦੀ ਭਗਤੀ ਉਹਦੇ ਹਿਰਦੇ ਦੇ ਵਿੱਚ ਦ੍ਰਿੜ ਕਰਵਾਉਂਦਾ। ਸਗਲੀ ਸੌਂਦੀ ਟੋਟਾ ਆਵੈ, ਨਾਨਕ RAM ਨਾਮ ਮਨ ਭਾਵੈ। ਪ੍ਰਭੂ ਦਾ ਸਿਮਰਨ ਵਿਸਾਰ ਕੇ ਸਾਰੇ ਦੁਨਿਆਵੀ ਸੌਦਿਆਂ ਦੇ ਵਿੱਚ ਘਾਟਾ ਹੀ ਘਾਟਾ ਹੈ। ਇਹ ਨਾਨਕ, ਉਸ ਮਨੁੱਖ ਨੂੰ ਘਾਟਾ ਨਹੀਂ ਹੁੰਦਾ ਜਿਸ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ। ਆਸਾ ਮਹਿਲਾ ਪਹਿਲਾ ਚੌਪਦੇ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਬਚਪਨ ਤੋਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਇਹ ਪੰਕਤੀ ਆਪਾਂ ਲਿਖੀ ਹੋਈ ਪੜ੍ਹੀ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਤੇ ਬਿਲਕੁਲ ਦਰੁਸਤ, ਬਿਲਕੁਲ ਸਹੀ ਇਸ ਪੰਕਤੀ ਦਾ ਇਹਨਾਂ ਵਿਦਿਅਕ ਅਦਾਰਿਆਂ ਦੇ ਵਿੱਚ ਲਿਖਿਆ ਜਾਣਾ ਬਣਦਾ ਵੀ ਹੈ। ਇਹ ਜੋ ਪੂਰਾ ਸ਼ਬਦ ਹੈ, ਇਹਦੇ ਵਿੱਚ ਕਈ ਤਰ੍ਹਾਂ ਦੇ ਮਨੁੱਖਾਂ ਦੀ ਗੱਲ ਹੋਈ ਹੈ ਜੋ ਕਿਸੇ ਨਾ ਕਿਸੇ ਕਾਰਨ ਆਪਣੇ ਆਪ ਨੂੰ ਉੱਤਮ ਸਮਝਦੇ ਨੇ, ਤੇ ਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਅਸਲ ਦੇ ਵਿੱਚ ਉੱਤਮਤਾ ਕੀ ਹੈ। ਇੱਥੇ ਪਹਿਲੀ ਜੋ ਪੰਕਤੀ ਹੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਇਹਦੇ ਵਿੱਚ ਉਹਨਾਂ ਮਨੁੱਖਾਂ ਦੀ ਗੱਲ ਹੋ ਰਹੀ ਹੈ ਜੋ ਆਪਣੇ ਆਪ ਨੂੰ ਗਿਆਨਵਾਨ ਸਮਝਦੇ ਹਨ, ਵਿਚਾਰਵਾਨ ਸਮਝਦੇ ਹਨ, ਜੋ ਸਮਝਦੇ ਨੇ ਕਿ ਉਹਨਾਂ ਨੇ ਬੜੀ ਉੱਚੀ ਵਿਦਿਆ ਹਾਸਲ ਕੀਤੀ ਹੈ। ਗੁਰੂ ਜੀ ਕਹਿੰਦੇ ਕਿ ਕਾਗਜ਼ੀ ਪੱਤਰੀ ਬੇਸ਼ੱਕ ਤੁਸੀਂ ਡਿਗਰੀਆਂ ਹਾਸਲ ਕਰ ਲਈਆਂ ਹੋਣ, ਚਲੋ ਉਹਨਾਂ ਜ਼ਮਾਨਿਆਂ ਦੇ ਵਿੱਚ ਜੇ ਡਿਗਰੀਆਂ ਨਾ ਵੀ ਹੁੰਦੀਆਂ ਸੀ ਤਾਂ ਕਾਗਜ਼ੀ ਪੱਤਰੀ ਤੁਸੀਂ ਬੇਸ਼ੱਕ ਉੱਚ ਵਿਦਿਆ ਹਾਸਲ ਕਰ ਲਈ ਹੋਵੇ, ਪਰ ਤੁਸੀਂ ਵਿਚਾਰਵਾਨ ਤਾਂ ਹੀ ਬਣ ਸਕਦੇ ਹੋ। ਤੁਹਾਨੂੰ ਉੱਚੀ ਵਿਦਿਆ ਹਾਸਲ ਕਰਨ ਵਾਲਾ ਤਾਂ ਹੀ ਕਿਹਾ ਜਾ ਸਕਦਾ ਹੈ ਜੇ ਤੁਸੀਂ ਪਰ ਉਪਕਾਰੀ ਬਣੋ, ਦੂਜਿਆਂ ਦਾ ਭਲਾ ਕਰੋ, ਦੂਜਿਆਂ ਦਾ ਭਲਾ ਕਰਨ ਦੀ ਤਾਂਘ ਤੁਹਾਡੇ ਅੰਦਰ ਹੋਵੇ। ਜਾਂ ਪੰਚ ਰਾਸੀ ਤਾਂ ਤੀਰਥ ਵਾਸੀ। ਪੰਚ ਰਾਸੀ ਭਾਵ ਪੰਜ ਵਿਕਾਰਾਂ ਨੂੰ ਵਸ ਦੇ ਵਿੱਚ ਕਰ ਲੈਣ ਵਾਲਾ। ਹੁਣ ਇੱਥੇ ਤੀਰਥ ਵਾਸੀਆਂ ਦੀ ਗੱਲ, ਦੂਜੀ ਪੰਕਤੀ ਦੇ ਵਿੱਚ ਤੀਰਥ ਵਾਸੀਆਂ ਦੀ ਗੱਲ ਹੋ ਰਹੀ ਹੈ। ਖਾਸ ਤੌਰ ਤੇ ਭਾਰਤ ਦੇ ਵਿੱਚ ਕਈ ਸ਼ਹਿਰ, ਕਈ ਸਥਾਨ ਪਵਿੱਤਰ ਮੰਨ ਲਏ ਗਏ ਹਨ, ਤੀਰਥ ਸਥਾਨ ਮੰਨ ਲਏ ਗਏ ਹਨ, ਤੇ ਇਹ ਮੰਨਿਆ ਜਾਂਦਾ ਹੈ ਕਿ ਉੱਥੇ ਰਹਿਣ ਵਾਲੇ ਲੋਕ ਵੀ ਪਵਿੱਤਰ ਨੇ। ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਥਾਵਾਂ 'ਤੇ ਜਿਹੜੇ ਲੋਕ ਵਸਦੇ ਨੇ, ਮੌਤ ਉਪਰੰਤ ਉਹ ਸਿੱਧੇ ਸਵਰਗਾਂ ਵੱਲ ਨੂੰ ਜਾਂਦੇ ਨੇ। ਇਹ ਭਾਵਨਾਵਾਂ ਨੇ, ਇਹ ਸੋਚ ਹੈ। ਗੁਰੂ ਜੀ ਕਹਿੰਦੇ ਕਿ ਤੁਸੀਂ ਤੀਰਥਵਾਸੀ ਤਾਂ ਹੋ ਜੇ ਤੁਸੀਂ ਪੰਚ ਰਾਸੀ ਬਣ ਜਾਓ, ਜੇ ਤੁਸੀਂ ਪੰਜੇ ਵਿਕਾਰਾਂ ਨੂੰ ਆਪਣੇ ਵੱਸ ਦੇ ਵਿੱਚ ਕਰ ਲਓ। ਘੁੰਗਰੂ ਵਾਜੈ ਜੇ ਮਨ ਲਾਗੈ, ਤੋ ਜਮ ਕਹਾ ਕਰੇ ਮੋਸਿਓ ਆਗੈ ਰਹਾਓ। ਜੇ ਮੇਰਾ ਮਨ ਪ੍ਰਭੂ ਚਰਨਾਂ ਵਿੱਚ ਜੁੜਨਾ ਸਿੱਖ ਗਿਆ ਹੈ, ਤਦੋਂ ਹੀ ਮੇਰੇ ਭਗਤੀਆ ਬਣ ਕੇ, ਭਗਤ ਬਣ ਕੇ ਘੁੰਗਰੂ ਵਜਾਣੇ ਸਫਲ ਹਨ। ਤੀਸਰੀ ਤਰ੍ਹਾਂ ਦੇ ਮਨੁੱਖ ਜੋ ਘੁੰਗਰੂ ਵਜਾ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਨੇ, ਪਰ ਭਗਤੀ ਤਾਂ ਹੀ ਹੈ ਜੇ ਮਨ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੋਵੇ। ਤੇ ਫਿਰ ਪਰਲੋਕ ਦੇ ਵਿੱਚ ਜੰਮ ਵੀ ਸਾਡਾ ਕੁਝ ਵਿਗਾੜ ਨਹੀਂ ਸਕਦਾ। ਪਰਲੋਕ ਦੁੱਖ ਦੀ ਘੜੀ, ਮੁਸੀਬਤ ਦੀ ਘੜੀ ਤੇ ਜੰਮ, ਉਸ ਘੜੀ ਦੇ ਵਿੱਚ ਸਾਨੂੰ ਵਿਆਪਣ ਵਾਲਾ ਡਰ। ਸਾਡੇ ਤੇ ਜਦ ਮੁਸੀਬਤ ਦੀ ਘੜੀ ਆਵੇ ਤੇ ਅਸੀਂ ਡਰ ਜਾਂਦੇ ਹਾਂ, ਪਰ ਜੇ ਸਾਡਾ ਮਨ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਤਾਂ ਮੁਸੀਬਤ ਦੀ ਘੜੀ ਦੇ ਵਿੱਚ ਵੀ ਅਸੀਂ ਡਰਦੇ ਨਹੀਂ। ਪਰਲੋਕ ਦੇ ਵਿੱਚ ਇਹ ਜੰਮ ਰੂਪੀ ਜੋ ਡਰ ਹੈ ਸਾਨੂੰ ਤੰਗ ਨਹੀਂ ਕਰਦਾ। ਆਸ ਨਿਰਾਸੀ ਤੋ ਸੰਨਿਆਸੀ। ਇਸ ਪੰਕਤੀ ਦੇ ਵਿੱਚ ਸੰਨਿਆਸੀਆਂ ਦੀ ਗੱਲ ਹੋ ਰਹੀ ਹੈ ਜੋ ਸਭ ਕੁਝ ਛੱਡ ਕੇ ਜੰਗਲਾਂ ਦੇ ਵਿੱਚ ਵਾਸ ਕਰ ਲੈਂਦੇ ਨੇ ਜਾਂ ਕਿਸੇ ਧਾਰਮਿਕ ਸਥਾਨਾਂ 'ਤੇ ਜਾ ਕੇ ਬੈਠ ਜਾਂਦੇ ਨੇ। ਗੁਰੂ ਜੀ ਕਹਿੰਦੇ ਕਿ ਸੰਨਿਆਸੀ ਅਸਲ ਦੇ ਵਿੱਚ ਉਹ ਹੈ ਜੋ ਆਸ ਨਿਰਾਸੀ ਹੋ ਗਿਆ, ਜੋ ਸਭ ਮਾਇਕ ਆਸਾਂ ਵੱਲੋਂ ਉਪਰਾਮ ਹੋ ਗਿਆ। ਉਹੀ ਹੈ ਅਸਲ ਸੰਨਿਆਸੀ। ਜਾਂ ਜਤ ਜੋਗੀ ਤਾਂ ਕਾਇਆ ਭੋਗੀ। ਜੇ ਗ੍ਰਸਥ ਦੇ ਵਿੱਚ ਹੁੰਦਿਆਂ ਵੀ ਜੋਗੀਆਂ ਵਾਲਾ ਜਤ ਕਾਇਮ ਹੈ ਤਾਂ ਉਹ ਅਸਲ ਗ੍ਰਸਥੀ ਜਾਣੋ। ਦਇਆ ਦਿਗੰਬਰ ਦੇ ਵਿਚਾਰੀ, ਆਪ ਮਰੈ ਅਵਰਾ ਨਾ ਮਾਰੀ। ਜੇ ਹਿਰਦੇ ਦੇ ਵਿੱਚ ਦਇਆ ਹੈ, ਸਰੀਰ ਨੂੰ ਵਿਕਾਰਾਂ ਵੱਲੋਂ ਪਵਿੱਤਰ ਰੱਖਣ ਵਾਲਾ ਵਿਚਾਰ ਵੀ ਹੈ, ਤਾਂ ਹੀ ਉਹ ਅਸਲ ਦਿਗੰਬਰ, ਅਸਲ ਨਾਂਗਾ ਜੈਨੀ ਹੈ।
ਜੋ ਮਨੁੱਖ ਆਪ ਵਿਕਾਰਾਂ ਵੱਲੋਂ ਮਰਿਆ ਹੋਇਆ ਹੈ, ਉਹੀ ਅਸਲੀ ਅਹਿੰਸਾਵਾਦੀ ਹੈ। ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੋਜ ਨਾ ਤੇਰੇ। ਇਸ ਸ਼ਬਦ ਦੀਆਂ ਪਿਛਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਕਈ ਤਰ੍ਹਾਂ ਦੇ ਮਨੁੱਖਾਂ ਦੀ ਗੱਲ ਕਰ ਛੱਡੀ। ਵਿਚਾਰਵਾਨ ਮਨੁੱਖਾਂ ਦੀ ਗੱਲ, ਤੀਰਥ ਵਾਸੀਆਂ ਦੀ, ਘੁੰਗਰੂ ਵਜਾਉਣ ਵਾਲੇ ਭਗਤਾਂ ਦੀ, ਸੰਨਿਆਸੀਆਂ ਦੀ, ਜੋਗੀਆਂ ਦੀ, ਦਿਗੰਬਰਾਂ ਦੀ, ਅਹਿੰਸਾਵਾਦੀਆਂ ਦੀ। ਬੇਸ਼ੱਕ ਇਹ ਬਹੁਤ ਤਰ੍ਹਾਂ ਦੇ ਵੇਸ ਨੇ, ਵੇਸ ਬਹੁ ਤੇਰੇ ਏਕ ਤੂੰ, ਪਰ ਇਹਨਾਂ ਸਾਰੇ ਹੀ ਵੇਸਾਂ ਦੇ ਵਿੱਚ ਗੁਰੂ ਜੀ ਕਹਿੰਦੇ ਪ੍ਰਮਾਤਮਾ ਇੱਕ ਹੀ ਵਸਦਾ ਹੈ। ਵੇਸ ਬਹੁ ਤੇਰੇ ਨੇ, ਪਰ ਪ੍ਰਮਾਤਮਾ ਇੱਕ ਹੀ ਹੈ ਜੋ ਇਹਨਾਂ ਸਾਰਿਆਂ ਦੇ ਵਿੱਚ ਵਸਦਾ ਹੈ। ਨਾਨਕ ਜਾਣੈ ਚੋਜ ਨਾ ਤੇਰੇ। ਸਾਡੇ ਮਨ ਵਿੱਚ ਸਵਾਲ ਉੱਠ ਸਕਦਾ ਹੈ ਕਿ ਫਿਰ ਕਈ ਮਨੁੱਖ ਚੰਗੇ ਤੇ ਕਈ ਮਾੜੇ ਕਿਉਂ, ਕਈ ਨਿਰਦਈ, ਕਈ ਦਇਆਵਾਨ ਕਿਉਂ? ਇਹ ਪ੍ਰਮਾਤਮਾ ਦੀ ਚੋਜ ਨੇ। ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ ਕਿ ਨਾਨਕ ਜਾਣੈ ਚੋਜ ਨਾ ਤੇਰੇ। ਨਾਨਕ ਵਿਚਾਰਾ ਤੇਰੇ ਕੌਤਕ ਤਮਾਸ਼ੇ ਸਮਝ ਨਹੀਂ ਸਕਦਾ, ਤੇ ਫਿਰ ਅਸੀਂ ਕਿਵੇਂ ਸਮਝ ਸਕਦੇ ਹਾਂ? ਆਸਾ ਮਹਿਲਾ ਪਹਿਲਾ। ਏਕ ਨਾ ਭਰੀਆਂ ਗੁਣ ਕਰ ਧੋਵਾਂ, ਮੇਰਾ ਸ਼ੌ ਜਾਗੈ ਹਉ ਨਿਸਭਰ ਸੋਵਾਂ। ਇਹ ਵਾਲਾ ਜੋ ਸ਼ਬਦ ਹੈ, ਇਹਦੇ ਵਿੱਚ ਜੀਵ ਇਸਤਰੀ ਦੀ ਉਦਾਹਰਣ ਲੈ ਕੇ ਗੁਰੂ ਜੀ ਇੱਕ ਮਨੁੱਖ ਦੇ ਜੀਵਨ ਦੀਆਂ ਵੱਖ-ਵੱਖ ਅਵਸਥਾਵਾਂ ਬਾਰੇ ਗੱਲਬਾਤ ਕਰਦੇ ਹਨ। ਪਹਿਲੀ ਅਵਸਥਾ ਦੇ ਵਿੱਚ ਗੁਰੂ ਜੀ ਕਹਿੰਦੇ ਏਕ ਨਾ ਭਰੀਆ ਗੁਣ ਕਰ ਧੋਵਾਂ, ਕਿ ਮੈਂ ਸਿਰਫ ਇੱਕ ਔਗਣ ਦੇ ਨਾਲ ਲਿਬੜੀ ਹੋਈ ਨਹੀਂ ਹਾਂ ਕਿ ਆਪਣੇ ਅੰਦਰ ਕੋਈ ਗੁਣ ਪੈਦਾ ਕਰਕੇ ਤੇ ਉਸ ਔਗਣ ਨੂੰ ਧੋ ਲਵਾਂ। ਮੇਰੇ 'ਚ ਤੇ ਬੇਅੰਤ ਔਗਣ ਨੇ। ਮੇਰਾ ਸ਼ੌ ਜਾਗੈ ਹਉ ਨਿਸਭਰ ਸੋਵਾਂ। ਮੇਰਾ ਕੰਤ, ਮੇਰਾ ਖਸਮ ਤੇ ਜਾਗਦਾ ਹੈ ਤੇ ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਹੁਣ ਅਸੀਂ ਆਪਣੇ ਦੁਨਿਆਵੀ ਜੀਵਨ ਦੇ ਵਿੱਚ ਵੀ ਜੇਕਰ ਸੋਚ ਕੇ ਵੇਖੀਏ ਕਿ ਪਤੀ ਸਾਰੀ ਰਾਤ ਜਾਗਦਾ ਰਹੇ ਤੇ ਪਤਨੀ ਸੌਂਦੀ ਰਹੇ, ਜਾਂ ਉਲਟਾ ਕਹਿ ਲਈਏ ਪਤਨੀ ਸਾਰੀ ਰਾਤ ਜਾਗਦੀ ਰਹੇ ਤੇ ਪਤੀ ਸੌਂਦਾ ਰਹੇ, ਦੋਹਾਂ ਦੇ ਵਿੱਚ ਪ੍ਰੇਮ ਨਹੀਂ ਪੈ ਸਕਦਾ। ਦੋਵੇਂ ਫਿਰ ਇੱਕ ਦੂਜੇ ਨੂੰ ਭਾ ਨਹੀਂ ਸਕਦੇ। ਇੱਥੇ ਗੱਲ ਹੋ ਰਹੀ ਹੈ ਮਨੁੱਖ ਦੀ ਜੋ ਮੋਹ ਦੀ ਨੀਂਦੇ ਸੁੱਤਾ ਹੋਇਆ ਹੈ, ਤੇ ਉਸ ਮਨੁੱਖ ਦਾ ਖਸਮ ਮਾਲਕ ਪਰਮਾਤਮਾ ਜੋ ਸਦਾ ਹੀ ਜਾਗਦਾ ਹੈ। ਜਦ ਤੱਕ ਮਨੁੱਖ ਸੁੱਤਾ ਹੋਇਆ ਹੈ, ਪਰਮਾਤਮਾ ਨੂੰ ਚੰਗਾ ਨਹੀਂ ਲੱਗ ਸਕਦਾ, ਭਾ ਨਹੀਂ ਸਕਦਾ, ਦੋਹਾਂ ਦੀ ਸਾਂਝ ਨਹੀਂ ਬਣ ਸਕਦੀ। ਇਹੀ ਗੱਲ ਅਗਲੀ ਪੰਕਤੀ ਦੇ ਵਿੱਚ ਗੁਰੂ ਜੀ ਕਹਿੰਦੇ ਵੀ ਨੇ, ਇਉਂ ਕਿਉਂ ਕੰਤ ਪਿਆਰੀ ਹੋਵਾਂ, ਸ਼ੌ ਜਾਗੈ ਹਉ ਨਿਸਭਰ ਸੋਵਾਂ। ਰਹਾਓ ਕਿ ਇੰਜ ਮੈਂ ਪਰਮਾਤਮਾ ਨੂੰ, ਖਸਮ ਪ੍ਰਭੂ ਨੂੰ ਕਿਵੇਂ ਪਿਆਰੀ ਲੱਗ ਸਕਦੀ ਹਾਂ? ਖਸਮ ਜਾਗਦਾ ਹੈ, ਮੈਂ ਸਾਰੀ ਰਾਤ ਸੁੱਤੀ ਰਹਿੰਦੀ ਹਾਂ। ਆਸ ਪਿਆਸੀ ਸੇਜੈ ਆਵਾਂ, ਆਗੈ ਸ਼ਾ ਭਾਵਾਂ ਕੇ ਨਾ ਭਾਵਾਂ। ਮੈਂ ਸੇਜ ਤੇ ਆਉਂਦੀ ਹਾਂ ਤਦੋਂ ਵੀ ਮੇਰੇ ਅੰਦਰ ਦੁਨੀਆ ਦੀਆਂ ਆਸਾਂ ਦੀ ਪਿਆਸ ਹੈ। ਉਸ ਪਿਆਸ ਦੇ ਨਾਲ ਮੈਂ ਵਿਆਕੁਲ ਹਾਂ। ਸੇਜ ਤੇ ਹਾਂ ਵੀ, ਪਰ ਮਨ ਮੇਰਾ ਕਿਤੇ ਹੋਰ ਹੈ। ਅਜਿਹੀ ਆਤਮਿਕ ਦਸ਼ਾ ਹੋਣ ਕਰਕੇ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਖਸਮ ਪ੍ਰਭੂ ਨੂੰ ਪਸੰਦ ਆਵਾਂਗੀ ਜਾਂ ਨਹੀਂ। ਕਿਆ ਜਾਨਾ ਕਿਆ ਹੋਏਗਾ ਰੀ ਮਾਈ, ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਰਹਾਓ ਹੇ ਮੇਰੀ ਮਾਂ, ਸਾਰੀ ਉਮਰ ਮਾਇਆ ਦੀ ਨੀਂਦ ਵਿੱਚ ਸੁੱਤੀ ਰਹਿਣ ਕਰਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਕੀ ਬਣੇਗਾ। ਮੈਨੂੰ ਪਤੀ ਪ੍ਰਭੂ ਪ੍ਰਵਾਨ ਕਰੇਗਾ ਵੀ ਜਾਂ ਨਹੀਂ। ਪਰ ਹੁਣ ਮੇਰੀ ਹਾਲਤ ਅਜਿਹੀ ਹੋ ਗਈ ਹੈ ਕਿ ਪ੍ਰਭੂ ਪਤੀ ਦੇ ਦਰਸ਼ਨ ਤੋਂ ਬਿਨਾਂ ਮੈਨੂੰ ਧਰਵਾਸ ਵੀ ਨਹੀਂ ਬਚਦਾ। ਹਰ ਦਰਸ਼ਨ ਬਿਨ ਰਹਿਣ ਨਾ ਜਾਈ। ਪ੍ਰੇਮ ਨਾ ਚਾਖਿਆ ਮੇਰੀ ਤਿਸ ਨਾ ਬੁਝਾਨੀ, ਗਿਆ ਸੂ ਜੋਬਨ ਧਨ ਪਛਤਾਨੀ। ਧਨ ਤੋਂ ਇੱਥੇ ਭਾਵ ਹੈ ਜੀਵ ਇਸਤਰੀ। ਹੇ ਮੇਰੀ ਮਾਂ, ਸਾਰੀ ਉਮਰ ਮੈਂ ਪ੍ਰਭੂ ਪਤੀ ਦੇ ਪ੍ਰੇਮ ਦਾ ਸਵਾਦ ਨਾ ਚਖਿਆ, ਇਸੇ ਕਰਕੇ ਮੇਰੀ ਮਾਇਆ ਵਾਲੀ ਤ੍ਰਿਸ਼ਨਾ ਦੀ ਅੱਗ ਬੁਝੀ ਨਹੀਂ। ਹੁਣ ਮੇਰੀ ਜਵਾਨੀ ਲੰਘ ਗਈ ਹੈ ਤੇ ਮੇਰੀ ਜਿੰਦ ਪਛਤਾਵਾ ਕਰ ਰਹੀ ਹੈ। ਅਜੈ ਸੂ ਜਾਗੋ ਆਸ ਪਿਆਸੀ, ਭਈਲੇ ਉਦਾਸੀ, ਰਹੋ ਨਿਰਾਸੀ। ਰਹਾਓ ਜਵਾਨੀ ਤੇ ਲੰਘ ਗਈ, ਪਰ ਮੇਰੀ ਮਾਂ ਅਰਦਾਸ ਕਰਕੇ ਅਜੇ ਵੀ ਮੈਂ ਮਾਇਆ ਦੀਆਂ ਆਸਾਂ ਦੀ ਪਿਆਸ ਵੱਲੋਂ ਉਪਰਾਮ ਹੋ ਕੇ, ਮਾਇਆ ਦੀਆਂ ਆਸਾਂ ਲਾ ਕੇ ਜੀਵਨ ਗੁਜ਼ਾਰਾਂ। ਸ਼ਾਇਦ ਖਸਮ ਪ੍ਰਭੂ ਦੀ ਮੇਰੇ ਤੇ ਮਿਹਰ ਹੋ ਹੀ ਜਾਵੇ। ਹਉਮੈ ਖੋਏ ਕਰੇ ਸ਼ਿੰਗਾਰ, ਤਉ ਕਾਮਣ ਸੇਜੈ ਰਵੈ ਪਤਾਰ। ਜਦੋਂ ਜੀਵ ਇਸਤਰੀ ਹਉਮੈ ਗਵਾਉਂਦੀ ਹੈ, ਜਦੋਂ ਜਿੰਦ ਨੂੰ ਸੁੰਦਰ ਬਣਾਉਣ ਦਾ ਇਹ ਉਦਮ ਕਰਦੀ ਹੈ,
ਸਰੀਰ ਨੂੰ ਨਹੀਂ, ਜਿੰਦ ਨੂੰ ਉੱਤਮ ਬਣਾਉਣਾ ਹੈ, ਸੁੰਦਰ ਬਣਾਉਣਾ ਹੈ, ਹਉਮੈ ਨੂੰ ਗਵਾ ਕੇ। ਤਦੋਂ ਉਸ ਜੀਵ ਇਸਤਰੀ ਨੂੰ ਖਸਮ ਪ੍ਰਭੂ ਆਪਣੀ ਹਿਰਦੇ ਸੇਜ ਤੇ ਆ ਕੇ ਮਿਲਦਾ ਹੈ। ਤਉ ਨਾਨਕ ਕੰਤੈ ਮਨ ਭਾਵੈ, ਛੋੜ ਵਡਾਈ ਆਪਣੇ ਖਸਮ ਸਮਾਵੈ ਰਹਾਉ। ਇਹ ਨਾਨਕ ਤਦੋਂ ਹੀ ਜੀਵ ਇਸਤਰੀ ਖਸਮ ਪ੍ਰਭੂ ਦੇ ਮਨ ਵਿੱਚ ਚੰਗੀ ਲੱਗਦੀ ਹੈ, ਜਦੋਂ ਮਾਣ ਵਡਿਆਈ ਛੱਡ ਕੇ ਆਪਣੇ ਖਸਮ ਦੀ ਰਜਾ ਵਿੱਚ ਲੀਨ ਹੁੰਦੀ ਹੈ। ਸੋ 4 ਅਵਸਥਾਵਾਂ। ਪਹਿਲੀ ਪਛਤਾਵੇ ਦੀ ਅਵਸਥਾ ਕਿ ਮੈਂ ਸਾਰੀ ਉਮਰ ਮੋਹ ਦੀ ਨੀਂਦ ਵਿੱਚ, ਮਾਇਆ ਮੋਹ ਦੀ ਨੀਂਦ ਵਿੱਚ ਹੀ ਸੁੱਤੀ ਰਹੀ ਤੇ ਖਸਮ ਮੇਰਾ ਪ੍ਰਭੂ ਜੋ ਹੈ ਉਹ ਜਾਗਦਾ ਰਿਹਾ। ਦੂਜੀ ਅਵਸਥਾ ਦਰਸ਼ਨਾਂ ਦੀ ਤਾਂਘ, ਉਸ ਪ੍ਰਮਾਤਮਾ ਦੇ ਦਰਸ਼ਨ ਦੀ ਤਾਂਘ ਜੀਵ ਇਸਤਰੀ ਕਰਦੀ ਹੈ ਕਿ ਕਿਤੇ ਪ੍ਰਮਾਤਮਾ ਦੇ ਦਰਸ਼ਨ ਹੋ ਜਾਵਣ, ਉਹਦੇ ਬਿਨਾਂ ਮੈਨੂੰ ਧਰਵਾਸ ਨਹੀਂ ਮਿਲਦਾ। ਤੀਸਰੀ ਵਿਆਕੁਲਤਾ, ਦਰਸ਼ਨ ਨਹੀਂ ਮਿਲਦੇ ਤੇ ਵਿਆਕੁਲ ਹੁੰਦੀ ਹੈ। ਤੇ ਚੌਥੀ ਹਉਮੈ ਨੂੰ ਗਵਾ ਕੇ ਤੇ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਲੀਨ ਹੋ ਜਾਣ ਵਾਲੀ ਅਵਸਥਾ। 4 ਅਵਸਥਾਵਾਂ ਦੀ ਗੱਲ ਇਸ ਸ਼ਬਦ ਦੇ ਵਿੱਚ ਕੀਤੀ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 356ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਜੀ। ਤੇ ਇੱਥੇ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।